जी जी हाँ जी। सर अस्सलाम वालेकुम। वालेकुम सलाम। सर बच्चों लिए कोई चॉकलेट बिस्किट वगैरह सर? नहीं यार नहीं चाहिए ये। सर रेट बड़ा मुनासिब ते इंपोर्टेड चीज़ां ने मेरे को सारियां सर। ਉਹ ਯਾਰ ਨਹੀਂ ਚਾਹੀਦਾ ਤੈਨੂੰ ਕੋਈ ਜ਼ਰੂਰਤ ਨਹੀਂ ਹੈਗੀ ਭਾਈ। सर रेट भी मैं मुनासिब ला दूंगा सर ਤੁਹਾਨੂੰ। ਉਹ ਮੈਂ ਤੇਰੇ ਕੋਲੋਂ ਕਿਉਂ ਲਵਾਂ ਭਾਈ, ਮੈਂ ਉਥੋਂ ਮਾਰਟ ਤੋਂ ਲੈ ਲਵਾਂਗਾ ਜਾ ਕੇ। अस्सलाम वालेकुम छोटे भाई। वालेकुम सलाम। छोटे भाई बच्चों लिए कोई चॉकलेट बिस्किट ले लो। यार ਮੈਨੂੰ ਜ਼ਰੂਰਤ ਨਹੀਂ ਹੈ। ਲੈ ਲਓ, ਬੱਚਿਆਂ ਨੂੰ ਅੱਛਾ ਲੱਗੇਗਾ, ਘਰ ਉਹਨਾਂ ਲਈ ਲੈ ਕੇ ਜਾਓਗੇ ਤੇ ਸਸਤੇ ਦੇ ਰਿਹਾ ਮੈਂ। ਇੰਪੋਰਟਡ ਮਾਲ ਹੁੰਦਾ ਮੇਰੇ ਕੋਲ। अच्छा ਇੰਪੋਰਟਡ ਕਾਪੀ ਹੈ ਯਾਰ। ਨਹੀਂ ਜੀ, ਇੰਪੋਰਟਡ ਮਾਲ ਮੇਰੇ ਕੋਲ ਤਾਂ ਹੁੰਦਾ ਸਾਰਾ ਇੰਪੋਰਟਡ ਹੀ ਵੇਚਦਾ ਮੈਂ ਤੇ। ਅੱਛਾ ਤੁਸੀਂ ਇੰਪੋਰਟਡ ਵੇਚਦੇ ਹੋ? ਹਾਂਜੀ। ਤੇ ਜਿਹੜੇ ਬੜੇ ਬੜੇ ਮਾਰਟ ਦੇ ਉੱਤੇ ਸਟੋਰਾਂ ਦੇ ਉੱਤੇ ਮਾਲ ਵਿਕਦਾ ਉਹ ਲੋਕਲ ਹੁੰਦਾ ਤੇ ਤੁਸੀਂ ਤੁਰ ਫਿਰ ਕੇ ਵੇਚਣ ਵਾਲੇ ਬੰਦੇ ਇਹ ਕਹਿੰਦੇ ਹੋ ਕਿ ਇੰਪੋਰਟਡ ਹੈ। ਕੈਸੀ ਗੱਲ ਕਰ ਰਹੇ ਯਾਰ, ਤੂੰ ਲੈ ਕੇ ਡੱਬੇ ਫਿਰ ਰਿਹਾ ਮਹੱਲਿਆਂ ਦੇ ਵਿੱਚ ਤੇ ਤੂੰ ਦੱਸ ਰਿਹਾ ਕਿ ਇੰਪੋਰਟਡ ਹੁੰਦਾ ਹੈ। ਕਿੰਨੀ ਦੇ ਰਹੇ ਤੁਸੀਂ? 50 ਰੁਪਏ ਦੀ ਹੈ ਚਾਕਲੇਟ। 50 ਰੁਪਏ ਦੀ? 30 ਰੁਪਏ ਦੀ ਮੈਂ ਲਵਾਂਗਾ ਤੁਹਾਡੇ ਕੋਲ। 30 ਰੁਪਏ ਦਾ ਘਰ ਵੀ ਨਹੀਂ ਪੈਂਦਾ ਜੀ। ਤੁਸੀਂ ਇਸ ਤਰ੍ਹਾਂ ਕਰੋ 40 ਰੁਪਏ ਲੈ ਲਓ, ਕਿਉਂਕਿ ਸਵੇਰ ਦਾ ਮੇਰਾ ਕੋਈ ਮਾਲ ਨਹੀਂ ਨਹੀਂ ਵਿਕਿਆ। ਨਹੀਂ ਐਸੀ ਕੋਈ ਗੱਲ ਨਹੀਂ ਹੈ। ਗੱਲ ਇਹ ਕਿ ਮੈਨੂੰ ਜ਼ਰੂਰਤ ਨਹੀਂ ਵੈਸੇ ਇਹਦੀ, ਲੇਕਿਨ ਬੱਚਿਆਂ ਵਾਸਤੇ ਭਤੀਜਿਆਂ ਵਾਸਤੇ ਮੈਂ ਕੋਈ 3-4 ਪੀਸ ਲੈ ਲਾਂਗਾ, ਲੇਕਿਨ 30 ਰੁਪਏ ਦੇ ਹਿਸਾਬ ਨਾਲ ਮੈਂ ਤੁਹਾਡੇ ਕੋਲ ਲਵਾਂਗਾ। 40 ਚ ਮੈਨੂੰ ਕੋਈ ਪ੍ਰੋਫਿਟ ਹੋ ਜਾਏਗਾ। 40 ਰੁਪਏ ਦੇ ਹਿਸਾਬ ਨਾਲ ਲੈ ਲਓ 4-5। ਭਾਈਜਾਨ ਮੈਂ ਕਿਹੜਾ ਕਿ ਤੁਹਾਡਾ ਠੇਕੇਦਾਰ ਹਾਂ ਕਿ ਮੈਨੂੰ ਹੀ ਤੁਸੀਂ ਦੇਣਾ ਵਾ। ਤੁਸੀਂ ਕਿਸੇ ਹੋਰ ਨੂੰ ਦੇ ਦਿਓ। 30 ਰੁਪਏ ਹਿਸਾਬ ਨਾਲ ਦਿੰਦੇ ਹੋ ਤੇ ਠੀਕ ਹੈ, ਨਹੀਂ ਤੇ ਆਪਣਾ ਸਮਾਨ ਫੜੋ। ਵੇ ਇੱਥੇ ਸ਼ਾਮਾਂ ਕੋ ਵੇਚਦੇ ਆ? ਉਹ ਬਸ ਜੀ ਬੱਚਿਆਂ ਦੀ ਰੋਟੀ ਕਮਾ ਰਹੇ ਆ, ਬਿਸਕਟ ਤੇ ਚਾਕਲੇਟ ਵਗੈਰਾ ਵੇਚ ਰਹੇ ਪੁੱਛਿਆ ਕਿਸੇ ਕੋਲ ਇਜਾਜ਼ਤ ਲਈ ਕਿਸੇ ਕੋਲੋਂ? ਕਲੋਨੀ ਚ ਵੇਚਣ ਲਈ ਕਾਹਦੀ ਇਜਾਜ਼ਤ ਦੀ ਜ਼ਰੂਰਤ ਹੈ ਜੀ? ਉਹ ਚੱਲ ਚਲੋ ਬਾਹਰ ਚੱਲ ਚੱਲ ਚੱਲ, ਨਜ਼ਰ ਨਹੀਂ ਇੱਥੇ ਤੂੰ। ਬੱਚਿਆਂ ਦੀ ਰੋਟੀ ਕਮਾਉਣ ਡਿਆ ਮੈਂ ਤੇ। ਉਹ ਚੱਲ ਜਾ ਹੋਰ ਪਾਸੇ ਜਾ ਕਮਾ ਕਿਤੇ। ਉਹ ਬੇਟਾ ਉਹ ਗੱਲ ਸੁਣ। ਉਹ ਪੁੱਤਰ ਤੂੰ ਸ਼ਕਲ ਤੋਂ ਤੇ ਕੱਪੜਿਆਂ ਤੋਂ ਤਾਂ ਚੰਗਾ ਭਲਾ ਪੜਿਆ ਲਿਖਿਆ ਬੰਦਾ ਲੱਗ ਰਿਹਾ ਤੇ ਇਹ ਕੀ ਕੰਮ ਕਰ ਰਿਹਾ? ਹਾਂਜੀ ਮੈਂ ਪੜ੍ਹਿਆ ਲਿਖਿਆ ਜੀ। ਅੱਛਾ ਕੀ ਤਾਲੀਮ ਆ ਤੇਰੀ? ਮੈਂ ਟੈਲੀਕਾਮ ਇੰਜੀਨੀਅਰ ਹਾਂ ਜੀ। ਅੱਛਾ ਹਾਂਜੀ ਹਾਂਜੀ। ਉਹ ਤੇਰੀ ਇੰਨੀ ਤਾਲੀਮ ਆ ਤੇ ਫਿਰ ਕਿਤੇ ਅੱਛੀ ਜਗ੍ਹਾ ਤੇ ਨੌਕਰੀ ਕਰ ਪੁੱਤਰ। ਮੈਂ ਨੌਕਰੀ ਕਰਦਾ, ਮੈਂ ਟੈਲੀਕਾਮ ਫਰਮ 'ਚ ਨੌਕਰੀ ਕਰਦਾ ਤੇ ਮੇਰੀ 1.25 ਲੱਖ ਰੁਪਏ ਤਨਖਾਹ ਹੈ ਜੀ। ਕੋਈ ਇੰਨੀ ਅੱਛੀ ਤੇਰੀ ਤਨਖਾਹ ਹੈ ਤੇ ਫਿਰ ਇਹ ਛੋਟਾ ਜਿਹਾ ਕੰਮ ਕਿਉਂ ਕਰ ਰਿਹਾ? ਅੰਕਲ ਮੈਂ ਇਸ ਲਈ ਇਹ ਕੰਮ ਕਰ ਰਿਹਾ ਕਿਉਂਕਿ ਮੇਰੇ ਅੱਬੂ ਨੇ ਇਹੀ ਸਾਰੀਆਂ ਮਿਹਨਤਾਂ ਕਰਕੇ, ਇਹੀ ਮੁਸ਼ੱਕਤਾਂ ਕਰਕੇ ਮੈਨੂੰ ਪੜ੍ਹਾ ਕੇ ਤੇ ਇਸ ਮੁਕਾਮ ਤੱਕ ਪਹੁੰਚਾਇਆ ਹੈ। ਮੈਂ ਸੜਕਾਂ ਤੇ ਫਿਰ ਕੇ ਨਾ ਤੇ ਅੰਦਾਜ਼ਾ ਲਾਣਾ ਚਾਹੁੰਦਾ ਸੀ ਕਿ ਮੇਰੇ ਵਾਲਿਦ ਨੇ ਕਿਹੜੀਆਂ-ਕਿਹੜੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ, ਕਿਹੜੇ-ਕਿਹੜੇ ਧੱਕੇ ਖਾਦੇ ਨੇ ਤੇ ਫਿਰ ਮੈਨੂੰ ਇਸ ਕਾਬਿਲ ਬਣਾਇਆ ਕਿ ਅੱਜ ਮੈਂ ਪੜ੍ਹ ਲਿਖ ਕੇ ਤੇ ਇੱਕ ਮੁਕਾਮ ਤੇ ਪਹੁੰਚਿਆ। ਤੇ ਯਕੀਨ ਕਰੋ ਮੈਂ ਅੱਜ ਸਿਰਫ ਇੱਕ ਦਿਨ ਰੁਲਿਆ ਵਾਂ ਸੜਕਾਂ ਦੇ ਉੱਤੇ। ਮੈਨੂੰ ਅੰਦਾਜ਼ਾ ਹੋਇਆ ਕਿ ਕਿਸ ਤਰ੍ਹਾਂ ਲੋਕਾਂ ਦਾ ਇਨਕਾਰ ਸੁਣਨਾ ਪੈਂਦਾ ਹੈ। ਅੱਜ ਮੈਨੂੰ ਅਹਿਸਾਸ ਹੋਇਆ ਕਿ ਸਾਡੇ ਲਈ ਰੋਟੀ ਕਮਾਉਣ ਲਈ ਮੇਰੇ ਅੱਬੂ ਕਿਸ ਤਰ੍ਹਾਂ ਗਲੀਆਂ ਤੇ ਸੜਕਾਂ ਤੇ ਲੋਕਾਂ ਦੀਆਂ ਝਿੜਕਾਂ ਬਰਦਾਸ਼ਤ ਕਰਦੇ ਸੀ। ਅਸੀਂ ਤਾਂ ਇਹੀ ਸਮਝਦੇ ਸੀਗੇ ਬਸ ਆ ਰਿਹਾ ਹੈ, ਅਸੀਂ ਖਾਈ ਜਾ ਰਹੇ ਹਾਂ ਤੇ ਮੌਜਾਂ ਲੱਗੀਆਂ ਪਈਆਂ। ਇਹ ਮਾਂ-ਬਾਪ ਲਈ ਤੇ ਬੜਾ ਮੁਸ਼ਕਲ ਹੈ ਜੀ ਬੱਚਿਆਂ ਦੀ ਪਰਵਰਿਸ਼ ਕਰਨਾ। ਉਹ ਪੁੱਤਰ ਸਾਰੇ ਵਾਲਿਦੈਨ ਇਸੇ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਪਾਲਦੇ ਨੇ। ਸਿਰਫ ਬੱਚੇ ਬਾਅਦ ਦੇ ਵਿੱਚ ਜਵਾਨ ਹੋ ਕੇ ਸਾਰਾ ਕੁਝ ਭੁੱਲ ਜਾਂਦੇ ਨੇ ਕਿ ਉਹਨਾਂ ਦੇ ਵਾਲਿਦੈਨ ਨੇ ਉਹਨਾਂ ਦੀ ਖਾਤਰ, ਉਹਨਾਂ ਦੀ ਪਰਵਰਿਸ਼ ਦੀ ਖਾਤਰ, ਉਹਨਾਂ ਦੀ ਤਾਲੀਮ ਦੀ ਖਾਤਰ ਕਿੰਨੀ ਮਿਹਨਤ ਕੀਤੀ ਹੈ, ਕਿੰਨੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਇਹਦੇ ਵਿੱਚ ਪਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ? ਤੂੰ ਪੁੱਤਰ ਅੱਜ ਵੀ ਆਪਣੇ ਵਾਲਿਦ ਦੇ ਕੋਲ ਜਾ ਕੇ ਉਹਨਾਂ ਦੇ ਕੋਲੋਂ ਮਾਫੀ ਮੰਗ ਲੈ। ਤੁਹਾਡੀਆਂ ਸਾਰੀਆਂ ਗੱਲਾਂ ਬਜ਼ੁਰਗੋ ਠੀਕ ਨੇ, ਲੇਕਿਨ ਮੈਂ ਮਾਫੀ ਕਿਹਦੇ ਕੋਲੋਂ ਮੰਗਾ? ਮੇਰੇ ਵਾਲਿਦ ਸਾਹਿਬ ਤੇ ਫੌਤ ਹੋ ਗਏ। ਉਹ ਫੇਰ ਕੀ ਹੋਇਆ ਪੁੱਤਰ, ਤੂੰ ਅੱਜ ਵੀ ਉਹਨਾਂ ਦੇ ਕੋਲ ਜਾ ਕੇ ਮਾਫੀ ਮੰਗ ਸਕਣਾ ਹੈ। ਵਾਲਿਦੈਨ ਔਲਾਦ ਵਾਸਤੇ ਇੱਕ ਨਰਮ ਗੋਸ਼ਾ ਰੱਖਦੇ ਨੇ। ਇਹ ਤੂੰ ਮਤ ਸੋਚ ਕਿ ਤੇਰੇ ਵਾਲਿਦੈਨ ਦੁਨੀਆ ਤੋਂ ਚਲੇ ਗਏ ਨੇ। ਤੇਰੇ ਵਾਲਿਦੈਨ ਤੇਰੇ ਆਸ-ਪਾਸ, ਤੇਰੇ ਨਜ਼ਦੀਕ ਹੀ ਨੇ। ਵਾਲਿਦੈਨ ਕਦੀ ਵੀ ਆਪਣੀ ਔਲਾਦ ਨੂੰ ਇਕੱਲਿਆਂ ਨਹੀਂ ਛੱਡਦੇ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਉਹਨਾਂ ਕੋਲ ਜਾ ਕੇ ਮਾਫੀ ਵੀ ਮੰਗਦਾ ਤੇ ਨਾਲੇ ਇਹ ਵੀ ਚਾਹਨਾ ਕਿ ਸਾਰੀ ਔਲਾਦ ਜਿਹੜੀ ਹੈ ਨਾ ਆਪਣੇ ਮਾਂ-ਬਾਪ ਦੀ ਕਦਰ ਉਹਨਾਂ ਦੀ ਜ਼ਿੰਦਗੀ 'ਚ ਹੀ ਕਰੇ, ਕਿਉਂਕਿ ਬਾਅਦ 'ਚ ਕਬਰਾਂ ਤੇ ਤਾਂ ਸਾਰੇ ਹੀ ਜਾਂਦੇ ਨੇ, ਲੇਕਿਨ ਫਾਇਦਾ ਤੇ ਤਾਂ ਹੈ ਨਾ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਨੂੰ ਕਹੋ ਅੱਬੂ ਜੀ ਮੈਨੂੰ ਮੁਕੰਮਲ ਅਹਿਸਾਸ ਹੈ ਕਿ ਤੁਸੀਂ ਕਿਸ ਤਰ੍ਹਾਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਸਾਡੀ ਤਾਲੀਮ ਦੇ ਖਰਚੇ ਚੁੱਕ ਰਹੇ ਹੋ, ਸਾਡੀਆਂ ਆਯਾਸ਼ੀਆਂ ਦੇ ਖਰਚੇ ਚੁੱਕ ਰਹੇ ਹੋ। ਕਾਸ਼ ਕਿ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਸਭ ਕੁਝ ਕਹਿਣਾ ਸ਼ੁਰੂ ਕਰ ਦਈਏ ਤੇ ਸਾਨੂੰ ਫਿਰ ਕਬਰਾਂ ਤੇ ਜਾ ਕੇ ਆਂਸੂ ਨਾ ਬਹਾਣੇ ਪੈਣ। ਸਾਨੂੰ ਫਿਰ ਕਬਰਾਂ ਤੇ ਜਾ ਕੇ ਮਾਫੀਆਂ ਨਾ ਮੰਗਣੀਆਂ ਪੈਣ। ਤੁਹਾਡਾ ਬਹੁਤ ਸ਼ੁਕਰੀਆ ਬਜ਼ੁਰਗੋ, ਤੁਹਾਡਾ ਬਹੁਤ ਸ਼ੁਕਰੀਆ।